IELTS एग्जामिनेशन। सो ਜਿਹੜੇ ਵੀ ਸਟੂਡੈਂਟਸ ਨੇ 4 ਸਤੰਬਰ 2021 ਦਾ ਐਗਜ਼ਾਮ ਫਿਲ ਕੀਤਾ ਹੋਇਆ ਹੈ, ਦੇ ਆਰ ਵਰਿਡ, ਉਹਨਾਂ ਨੂੰ ਐਂਕਸ਼ੀਅਸ ਫੀਲ ਹੋ ਰਿਹਾ ਹੈ ਕਿ ਅਸੀਂ 2 ਦਿਨ ਰਹਿ ਗਏ, ਕੀ ਤਿਆਰੀ ਕਰੀਏ ਕੀ ਨਾ ਕਰੀਏ। ਸੋ ਡੋਂਟ ਵਰੀ, ਚਿੰਤਾ ਕਰਨ ਦੀ ਗੱਲ ਨਹੀਂ ਹੈ। ਇਹ ਵੀਡੀਓ ਦੇਖ ਲਿਓ, ਤੁਹਾਡੇ 6.5 ਬੈਂਡ ਸਕੋਰ ਤੋਂ ਘੱਟ ਸਕੋਰ ਨਹੀਂ ਆਏਗਾ। ਸੋ ਲੈਟਸ ਬਿਗਿਨ। ਸੋ ਸਭ ਤੋਂ ਪਹਿਲਾਂ ਐਗਜ਼ਾਮ ਡੇਟ ਤੋਂ ਇੱਕ ਦਿਨ ਪਹਿਲਾਂ ਕੀ ਕਰੀਏ, ਕੀ ਪੜ੍ਹੀਏ ਕੀ ਨਾ ਪੜ੍ਹੀਏ। ਯੂਜੂਅਲੀ ਸਟੂਡੈਂਟਸ ਬਹੁਤ ਜ਼ਿਆਦਾ ਕਨਫਿਊਜ਼ਡ ਹੁੰਦੇ ਨੇ। ਉਹ ਸੋਚਦੇ ਨੇ ਕਿ ਮੋਡਿਊਲਸ ਪ੍ਰੈਕਟਿਸ ਕਰੀਏ, ਇਹ ਵੀ ਸੋਚਦੇ ਨੇ ਕਿ ਕਿਤੇ ਮੋਡਿਊਲ ਪ੍ਰੈਕਟਿਸ ਕੀਤੇ ਸਕੋਰ ਘੱਟ ਗਿਆ ਕਲਾਸ ਦੇ ਵਿੱਚ ਤਾਂ ਕਿਸੇ ਅਸੀਂ ਡੀਮੋਟੀਵੇਟ ਨਾ ਹੋ ਜਾਈਏ, ਕਿਤੇ ਸਾਡੇ ਸਕੋਰ ਘੱਟ ਆ ਗਿਆ, ਕਿਤੇ ਐਗਜ਼ਾਮ 'ਚ ਜਾ ਕੇ ਵੀ ਉਸ ਚੀਜ਼ ਦਾ ਇਫੈਕਟ ਨਾ ਹੋ ਜਾਏ। ਸੋ ਇਹ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮ ਪੈਟਰਨ ਦੱਸ ਰਹੀ ਹਾਂ ਕਿ ਆਪਾਂ ਇੱਕ ਦਿਨ ਪਹਿਲਾਂ ਕੀ ਤਿਆਰੀ ਕਰ ਸਕਦੇ ਹਾਂ। ਸੋ ਫਸਟ ਲੈਟਸ ਟਾਕ ਅਬਾਊਟ ਲਿਸਨਿੰਗ ਮੋਡਿਊਲ, ਜੋ ਐਗਜ਼ਾਮ ਦੇ ਵਿੱਚ ਵੀ ਤੁਹਾਡਾ ਫਸਟ ਮੋਡਿਊਲ ਹੋਣ ਵਾਲਾ, ਰਾਈਟ। ਸੋ ਲਿਸਨਿੰਗ ਮੋਡਿਊਲ ਦੇ ਲਈ ਇੱਕ ਦਿਨ ਪਹਿਲਾਂ ਤੁਸੀਂ ਸਿਰਫ ਇੱਕ ਤਿਆਰੀ ਕਰਨੀ ਹੈ। ਪਹਿਲੀ ਚੀਜ਼, ਹਮੇਸ਼ਾ ਸਪੈਲਿੰਗਸ ਤੇ ਵਰਕ ਕਰੋ, ਰਾਈਟ। ਜਿੰਨੀਆਂ ਵੀ ਤੁਹਾਡੇ ਫਸਟ ਡੇ ਤੋਂ ਲੈ ਕੇ ਲਾਸਟ ਡੇ ਆਫ ਦ ਪ੍ਰੈਕਟਿਸ ਸੈਸ਼ਨ ਦੇ ਵਿੱਚ ਜਿੰਨੀਆਂ ਵੀ ਸਪੈਲਿੰਗਸ ਗਲਤ ਹੋਈਆਂ ਨੇ, ਆਪਣੀ ਨੋਟਬੁੱਕ ਪਿਕ ਕਰੋ, ਉਹਨਾਂ ਸਾਰੇ ਸਪੈਲਿੰਗਸ ਨੂੰ ਰਾਈਟ ਡਾਊਨ ਕਰਕੇ ਦੇਖੋ, ਰਾਈਟ। ਜਿਹੜੀਆਂ ਸਪੈਲਿੰਗਸ ਤੁਹਾਨੂੰ ਕਨਫਿਊਜ਼ਡ ਲੱਗ ਰਹੀਆਂ ਨੇ ਕਿ ਮੇਰੀ ਬਾਰ-ਬਾਰ ਜਾਂ ਰੈਪੀਟੇਡਲੀ ਗਲਤ ਹੋ ਰਹੀਆਂ ਸੀਗੀਆਂ, ਤਾਂ ਉਹ ਵਾਲੀ ਸਪੈਲਿੰਗ ਨੂੰ 5 ਟਾਈਮਸ ਲਿਖ ਕੇ ਦੇਖੋ। ਕਿਉਂਕਿ ਅਗਰ ਆਇਲਸ ਫਾਈਨਲ ਐਗਜ਼ਾਮੀਨੇਸ਼ਨ 'ਚ ਤੁਹਾਡੇ ਆਇਲਸ ਤੇ ਆਨਸਰ ਸਹੀ ਹੋਏ ਲਿਸਨਿੰਗ ਦੇ, ਪਰ ਤੁਹਾਡੇ ਸਪੈਲਿੰਗਸ ਗਲਤ ਹੋ ਗਏ ਤਾਂ ਆਨਸਰ ਗਲਤ ਹੀ ਮਾਰਕ ਕੀਤਾ ਜਾਏਗਾ, ਰਾਈਟ। ਤੇ ਇਹ ਆਪਾਂ ਨੂੰ ਉੱਥੇ ਸੋਚਣ ਦਾ ਟਾਈਮ ਨਹੀਂ ਮਿਲਦਾ ਕਿ ਆਪਣੀ ਲਿਸਨਿੰਗ ਦੇ ਆਨਸਰ ਦੇ ਸਪੈਲਿੰਗ ਸਹੀ ਨਹੀਂ ਜਾਂ ਗਲਤ ਨੇ, ਬਿਕਾਜ਼ ਵੀ ਓਨਲੀ ਗੈਟ 10 ਮਿੰਟਸ ਫॉर दैट ਪਰਪਸ, ਰਾਈਟ। ਸੋ 10 ਮਿੰਟ 'ਚ ਆਪਾਂ ਆਪਣਾ ਸਿਰਫ ਧਿਆਨ ਆਨਸਰ ਟ੍ਰਾਂਸਫਰ ਕਰਨ ਵੱਲ ਹੁੰਦਾ ਹੈ, ਆਪਾਂ ਸਪੈਲਿੰਗਸ ਨਹੀਂ ਚੈੱਕ ਕਰ ਪਾਉਂਦੇ, ਕਈ ਵਾਰ ਟਾਈਮ ਵੀ ਘੱਟ ਜਾਂਦਾ ਹੈ। ਇਸ ਲਈ ਤੁਸੀਂ ਇੱਕ ਦਿਨ ਪਹਿਲਾਂ ਹੀ ਇਸ ਚੀਜ਼ ਦੇ ਲਈ ਪ੍ਰੀਪੇਅਰਡ ਰਹੋ ਕਿ ਜਿੰਨੀਆਂ ਵੀ ਸਪੈਲਿੰਗਸ ਤੁਹਾਡੇ ਮਾਈਂਡ 'ਚ ਆਉਂਦੀਆਂ ਨੇ ਕਿ ਸਪੈਲਿੰਗਸ ਲਿਸਨਿੰਗ 'ਚ ਰਿਪੀਟ ਹੁੰਦੀਆਂ ਨੇ, ਈਵਨ ਤੁਸੀਂ ਗੂਗਲ ਤੇ ਜਾ ਕੇ 1200 ਸਪੈਲਿੰਗ ਲਿਸਨਿੰਗ ਸਪੈਲਿੰਗ ਟੈਸਟ ਤੇ ਵੀ ਰਿਪੀਟ ਕਰ ਸਕਦੇ ਹੋ, ਸਾਰੀਆਂ ਸਪੈਲਿੰਗਸ ਨੂੰ ਅੰਡਰਸਟੈਂਡ ਕਰ ਸਕਦੇ ਹੋ, ਸਾਰਿਆਂ ਦੀ ਵਰਡਸ ਨੂੰ ਲੈਟਰਸ ਨੂੰ ਯਾਦ ਕਰ ਸਕਦੇ ਹੋ ਤਾਂ ਕਿ ਤੁਹਾਡਾ ਸਕੋਰ ਘਟੇ ਨਾ, ਰਾਈਟ। ਸੋ ਮੂਵਿੰਗ ਟੂਵਰਡਸ ਰਾਈਟਿੰਗ ਮੋਡਿਊਲ। ਰਾਈਟਿੰਗ ਮੋਡਿਊਲ ਦੇ ਲਈ ਪਹਿਲਾ ਟਾਸਕ 1, ਰਾਈਟ। ਟਾਸਕ 1 ਦੇ ਵਿੱਚ ਤੁਸੀਂ ਕੀ ਕਰਨਾ ਹੈ, ਜਿੰਨੇ ਵੀ ਟਾਈਪਸ ਆਫ ਟਾਸਕ 1 ਨੇ, ਪਹਿਲਾਂ ਉਹਨਾਂ ਸਭ ਦੇ ਇੰਟਰੋਡਕਸ਼ਨ ਦਾ ਪੈਟਰਨ ਅੰਡਰਸਟੈਂਡ ਕਰੋ, ਰਿਵਾਈਜ਼ ਕਰੋ ਕਿ ਤੁਸੀਂ ਇੰਟਰੋਡਕਸ਼ਨ ਕਿਵੇਂ ਰੀਫਰੇਜ਼ ਕਰਨੀ ਹੈ, ਕਿਹੜੇ ਵਰਡਸ ਤੁਸੀਂ ਯੂਜ਼ ਕਰ ਸਕਦੇ ਹੋ। ਜਸਟ ਗੋ ਥਰੂ ਐਟ ਅ ਕੁਇਕ, ਰਾਈਟ। ਇੱਕ ਜਸਟ ਤੁਸੀਂ ਨਜ਼ਰ ਫੇਰਨੀ ਹੈ, ਠੀਕ ਹੈ। ਸਿਮਿਲਰਲੀ ਤੁਸੀਂ ਓਵਰਆਲ, ਰਾਈਟ, ਹਰ ਟਾਸਕ ਦਾ ਸਿਰਫ ਇੱਕ ਓਵਰਆਲ ਦਾ ਕੰਸੈਪਟ ਲੈ ਕੇ ਚੱਲੋ ਕਿ ਅਗਰ ਬਾਰਗ੍ਰਾਫ ਆ ਗਿਆ ਤਾਂ ਮੈਂ ਓਵਰਆਲ ਕਿਵੇਂ ਰਾਈਟ ਡਾਊਨ ਕਰਨਾ ਹੈ, ਪਾਈ ਚਾਰਟ ਆ ਗਿਆ ਤਾਂ ਮੈਂ ਓਵਰਆਲ ਕਿਵੇਂ ਰਾਈਟ ਡਾਊਨ ਕਰਨਾ ਹੈ, ਰਾਈਟ। ਸਿਮਿਲਰਲੀ BP1 ਐਂਡ BP2 ਪ੍ਰੈਜੈਂਟੇਸ਼ਨ ਦੇ ਲਈ ਵੀ ਗੋ ਥਰੂ ਦ ਪੈਟਰਨਸ ਕਿ ਮੈਂ ਇਸ ਦੇ ਵਿੱਚ ਇਹ ਵਾਲਾ ਪੈਟਰਨ ਯੂਜ਼ ਕਰਨਾ ਹੈ, ਇਸ ਦੇ ਵਿੱਚ ਇਹ ਵਾਲਾ ਪੈਟਰਨ ਯੂਜ਼ ਕਰਨਾ ਹੈ। ਇਟ ਵਿਲ ਟੇਕ ਓਨਲੀ 10 ਮਿੰਟਸ। ਤਾਂ ਸਿਰਫ 10 ਮਿੰਟਸ 'ਚ ਤੁਸੀਂ ਇੱਕ ਕੁਇਕ ਰਿਵਿਊ ਲੈਣਾ ਹੈ ਜੋ ਵੀ ਤੁਸੀਂ ਆਪਣੇ ਪ੍ਰੈਕਟਿਸ ਕਲਾਸਿਸ ਦੇ ਵਿੱਚ ਸਿੱਖਿਆ, ਰਾਈਟ। ਸਿਮਿਲਰਲੀ ਜਦੋਂ ਤੁਸੀਂ ਟਾਸਕ 1 ਅਟੈਂਪਟ ਕਰ ਰਹੇ ਹੋ, ਇੱਕ ਕੁਇਕ ਰਿਵਿਊ ਲੈ ਰਹੇ ਹੋ, ਰਾਈਟ, ਉਸ ਟਾਈਮ ਦੇ ਉੱਤੇ ਤੁਸੀਂ ਆਪਣੀਆਂ ਸਾਰੀਆਂ ਗ੍ਰਾਮੈਟੀਕਲ ਮਿਸਟੇਕਸ ਨੂੰ ਵੀ ਚੈੱਕ ਕਰਨਾ ਹੈ ਤਾਂ ਕਿ ਉਹ ਤਾਜ਼ੀ ਗਲਤੀ ਤੁਹਾਡੇ ਮਾਈਂਡ ਦੇ ਵਿੱਚ ਰਵੇ ਕਿ ਮੈਂ ਪ੍ਰੀਵੀਅਸਲੀ ਸੈਸ਼ਨਸ ਦੇ ਵਿੱਚ ਇਹ ਗਲਤੀ ਕਰਦਾ ਰਿਹਾ ਤੇ ਮੈਂ ਕੱਲ ਐਗਜ਼ਾਮ ਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹ ਵਾਲੇ ਗ੍ਰਾਮੈਟੀਕਲ ਮਿਸਟੇਕਸ ਮੈਂ ਨਾ ਕਰਾਂ, ਰਾਈਟ। ਸਿਮਿਲਰਲੀ ਟਾਸਕ 2, ਰਾਈਟ। ਬੇਸਿਕਲੀ ਟਾਸਕ 2 ਦੇ ਵਿੱਚ ਆਪਣੇ ਕੋਲ 21 ਟੌਪਿਕਸ ਆਉਂਦੇ ਨੇ, ਤਾਂ ਇੱਕ ਵਾਰ ਕੋਈ ਵੀ ਟਾਸਕ 2 ਦੀ ਬੁੱਕ ਲੈ ਲਓ ਜਾਂ ਇੰਟਰਨੈਟ ਤੇ ਜਾ ਕੇ ਕੋਈ ਵੀ 20 ਤੋਂ 25 ਟਾਸਕ 2 ਦੇ ਜਿਹੜੇ ਸਟੇਟਮੈਂਟਸ ਨੇ ਉਹਨਾਂ ਨੂੰ ਰੀਡ ਆਊਟ ਕਰੋ, ਰਾਈਟ। ਆਪਣੇ ਆਪ ਨੂੰ ਆਬਜ਼ਰਵ ਕਰੋ ਕਿ ਤੁਸੀਂ ਇੱਕ ਰੀਡਿੰਗ ਦੇ ਵਿੱਚ ਪੂਰੀ ਸਟੇਟਮੈਂਟ ਨੂੰ ਐਨਾਲਾਈਜ਼ ਕਰ ਪਾ ਰਹੇ ਹੋ ਜਾਂ ਨਹੀਂ ਕਰ ਪਾ ਰਹੇ। ਐਵੇਂ ਹੀ ਇੱਕ ਕੁਇਕ ਰਿਵਿਊ ਲੈ ਲਓ ਸਾਰੇ ਦੇ ਸਾਰੇ ਪੈਟਰਨਸ ਦਾ ਕਿ ਅਗਰ ਬੋਥ ਵੀਜ਼ ਐਸੇ ਆ ਗਿਆ ਤਾਂ ਮੈਂ ਕਿਸ ਤਰੀਕੇ ਨਾਲ ਲਿਖਣਾ ਹੈ, ਅਗਰ ਅਗਰੀ ਡਿਸਅਗਰੀ ਆ ਗਿਆ ਤਾਂ ਮੈਂ ਕਿਸ ਤਰੀਕੇ ਨਾਲ ਲਿਖਣਾ ਹੈ, ਤਾਂ ਕਿ ਐਗਜ਼ਾਮ 'ਚ ਜਾ ਕੇ ਤੁਹਾਨੂੰ ਇਹ ਸੋਚਣ ਤੇ ਟਾਈਮ ਵੇਸਟ ਨਾ ਕਰਨਾ ਪਵੇ, ਰਾਈਟ। ਸਿਮਿਲਰਲੀ ਜਿੰਨੇ ਵੀ ਟਾਸਕ ਟੌਪਿਕਸ ਨੇ ਉਹਨਾਂ ਦਾ ਇੱਕ ਕੁਇਕ ਰਿਵਿਊ ਲੈ ਲਓ, ਸਾਰੀਆਂ ਸਟੇਟਮੈਂਟਸ ਨੂੰ ਐਨਾਲਾਈਜ਼ ਕਰਕੇ ਦੇਖੋ ਕਿ ਤੁਹਾਨੂੰ ਕਿਹੜੀ ਸਟੇਟਮੈਂਟ ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ। ਕੋਈ ਟੌਪਿਕ ਸਪੈਸੀਫਿਕ ਹਰ ਟੌਪਿਕ ਦੇ 15 ਤੋਂ 20 ਵਰਡਸ ਨੂੰ ਇੱਕ ਵਾਰ ਕੁਇਕ ਰਿਵਿਊ ਲੈ ਕੇ ਯਾਦ ਕਰ ਲਓ, ਠੀਕ ਹੈ, ਤਾਂ ਕਿ ਇੱਕ ਫਰੈਸ਼ ਮਾਈਂਡ ਦੇ ਵਿੱਚ ਇੱਕ ਦਿਨ ਪਹਿਲਾਂ ਜੋ ਵੀ ਚੀਜ਼ ਪੜ੍ਹੀ ਹੋਊਗੀ ਐਟਲੀਸਟ 24 ਆਵਰਸ ਤਾਂ ਤੁਹਾਡੇ ਮਾਈਂਡ ਦੇ ਵਿੱਚ ਰਹੇਗੀ ਹੀ ਰਹੇਗੀ, ਰਾਈਟ। ਸੋ ਤੁਹਾਨੂੰ ਇੰਸਟੈਡ ਆਫ ਅਟੈਂਪਟਿੰਗ ਦ ਹੋਲ ਟਾਸਕ ਜਸਟ ਉਹਨਾਂ ਦੇ ਮੇਨ ਫੀਚਰਸ ਦੇ ਉੱਤੇ ਵਰਕ ਕਰੋ, ਰਾਈਟ। ਸੋ ਟਾਕਿੰਗ ਅਬਾਊਟ ਰੀਡਿੰਗ ਮੋਡਿਊਲ। ਸੋ ਰੀਡਿੰਗ ਮੋਡਿਊਲ ਦੇ ਵਿੱਚ ਵਟ ਯੂ ਹੈਵ ਟੂ ਡੂ ਇਜ਼ ਜਿੰਨੇ ਵੀ ਤੁਸੀਂ ਪ੍ਰੈਕਟਿਸ ਸੈਸ਼ਨ 'ਚ ਸਟ੍ਰੈਟੇਜੀਜ਼ ਫੋਲੋਸ ਕੀਤੀਆਂ ਨੇ, ਕੋਈ ਵੀ ਟਿਪਸ ਐਂਡ ਟੈਕਨੀਕਸ ਫੋਲੋ ਕੀਤੀਆਂ ਨੇ, ਤਾਂ ਉਹਨਾਂ ਨੂੰ ਮਾਈਂਡ ਦੇ ਵਿੱਚ ਬਿਠਾ ਲਓ ਕਿ ਅਗਰ ਹੈਡਿੰਗਸ ਆ ਗਏ ਆਈ ਵੁੱਡ ਗੋ ਫॉर ਐਲੀਮੀਨੇਸ਼ਨ ਮੈਥਡ, ਅਗਰ ਟਰੂ ਫਾਲਸ ਨਾਟ ਗਿਵਨ ਆ ਗਏ ਤਾਂ ਮੈਂ ਸਿਰਫ ਡਿਸਟਰੈਕਟਰਸ ਦਾ ਧਿਆਨ ਰੱਖਣਾ ਹੈ, ਸੁਪਰਲੇਟਿਵ ਡਿਗਰੀਜ਼ ਦਾ ਧਿਆਨ ਰੱਖਣਾ ਹੈ, ਕੰਪੈरेटिव ਡਿਗਰੀਜ਼ ਦਾ ਧਿਆਨ ਰੱਖਣਾ ਹੈ,
अगर MCQs आ गए तो मैं वर्ब्स ਨੂੰ ਅੰਡਰਲਾਈਨ ਕਰਨਾ ਹੈ, ਐਡਜੈਕਟਿਵਸ ਨੂੰ ਅੰਡਰਲਾਈਨ ਕਰਨਾ ਹੈ। ਇਹ ਚੀਜ਼ ਤੁਸੀਂ ਅੱਧਾ ਘੰਟਾ ਲਗਾ ਕੇ ਰੀਡਿੰਗ ਦੇ ਉੱਪਰ ਸਿਰਫ ਅੰਡਰਸਟੈਂਡ ਕਰਨੀ ਹੈ, ਰਾਈਟ, ਕਿ ਮੈਂ ਇਹ ਟੈਕਨੀਕਸ ਨੂੰ ਫੋਲੋ ਕਰਨਾ ਹੈ, ਰਾਈਟ। ਹੋ ਸਕਦਾ ਐਗਜ਼ਾਮ 'ਚ ਤਾਂ ਜਾ ਕੇ ਤੁਹਾਡਾ ਟਾਈਮ ਮੈਨੇਜਮੈਂਟ ਨਾ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਕਰਨਾ ਹੈ ਕਿ ਜਿੰਨੇ ਵੀ ਮੈਂ ਕੁਐਸਚਨਸ ਕਰਾਂ ਉਹਨਾਂ ਦੀ ਐਟਲੀਸਟ 99.1% एक्ूरेसी होनी चाहिए। सपोज अगर टाइम मैनेजमेंट ना होया तो तुसी 30 क्वेश्चन ही अटैम्प्ट कर सके तो तुसी अपने आप दे लई इन्ना क श्योर होने चाहिए हो कि मेरे 30 चों भी रिक्वायर्ड बैंड स्कोर दे स्कोर आ ही जाएंगे, राइट। सो ये टेक्निक्स तुसी फॉलो करनियां ने लिसनिंग, राइटिंग एंड रीडिंग मॉड्यूल दे लई बिफोर एग्जाम। एंड नाउ एग्जाम डे दे उपर तुसी की करना है। फर्स्ट ऑफ ऑल हमेशा एग्जाम डे दे उत्ते कदी भी ना पढ़ो क्योंकि जो तुसी प्रीवियस क्लासेस च पढ़े है वो तुसी 1 घंटे दे विच रिवाइज या पढ़ नहीं सकते, राइट। ये सिर्फ तुहानू टेंशन देगा। हमेशा एक गुड स्लीप लैके अपने माइंड नू फ्रैश करके जाना है क्योंकि आइल्स एग्जामिनेशन इज ऑल अबाउट कंसनट्रेशन। अगर पढ़ के तुहाडा दिमाग टायर्ड होया होगा तो तुसी आइल्स एग्जामिनेशन दे विच परफॉर्म वेल नहीं कर सकोगे, राइट। सो हमेशा एक फ्रैश माइंड दे नाल एग्जाम दे विच जाना चाहिए। जस्ट फॉरगेट अबाउट एनीथिंग एल्स, कोई कुछ होर ना सोचो, सिर्फ अपने आइल्स एग्जामिनेशन बारे सोचो, अपना कॉन्फिडेंस गेन करो, अपने माइंड दे विच ये सोचो कि अज मैं अपनी बेस्ट परफॉर्मेंस देनी है, दैट्स इट, राइट। जो तुसी अपने टेस्ट सेंटर ते पहुंच गए तो हमेशा अपने डॉक्यूमेंट्स नू पहला ही प्रिपेयर रखो ताकि ऑन द स्पॉट अगर कोई डॉक्यूमेंट रह जाता है तो किते ना किते एक टेंशन लैवल या एक स्ट्रैस लैवल बिल्डअप हो जाता है। सो अपने पासपोर्ट, अपने वैन्यू नू पहला ही प्रिंट करके रखो ताकि ऑन द स्पॉट तुहानू कोई भी प्रॉब्लम फेस ना करनी पवे जिसका इफेक्ट तुहाडे आइल्स एग्जाम की परफॉर्मेंस ते होवे। जो तुसी आइल्स एग्जाम अटैम्प्ट कर रहे हो लिसनिंग दे विच सब तो पहला अपने हैंडसेट्स नू प्रॉपरली चेक करो क्योंकि एक बार पहला चेक एग्जामिनेशन सेंटर ते हैंडसेट्स ने जिहड़े पहला चेक करवाए जाते हैं। ड्यूरिंग द एग्जाम कोई भी प्रॉब्लम आती है तो वो जिम्मेवार नहीं है, राइट। तो अपने हैडफोन्स नू प्रॉपरली चेक करो। ਜਦੋਂ आंसर ट्रांसफर करने का टाइम आता है तो हमेशा इस चीज़ का ध्यान रखो कि मैं स्पैलिंग्स सही लिखनिया ने, अपनी हैंड राइटिंग नू बहुत ही साफ तरीके नाल लिख के आयो क्योंकि अगर कोई लैटर ना समझ आया तो भी आंसर है जिहड़ा गलत हो सकता है, राइट। सो रीडिंग दे विच मेन जिहड़ियां गलतियां बच्चे करते हैं पहला तो वो नाल दी नाल आंसर ट्रांसफर नहीं करते। ये गलती तुसी कदी भी ना करियो क्योंकि बहुत बार ऐसा स्टूडेंट्स नाल होया है कि उन्होंने आंसर पहला बुकलेट ते लिखे ने तो लास्ट ते उन्होंने को टाइम ही नहीं बचता कि वो अपने आंसर शीट के उत्ते आंसर नू ट्रांसफर कर सकन जिस करके की हुंदा दे गेट 0 बैंड स्कोर, राइट। सो जो पहली गल तो रीडिंग नू सॉल्व करते हुए नाल दी नाल तुसी अपने आंसर्स नू ट्रांसफर करना है। सैकेंड थिंग जो आंसर ट्रांसफर कर रहे हो हमेशा देखो कि तुहाडे आंसर की डिमांड की है। तुसी ट्रू फॉल्स नॉट गिवन लिखना है या यस नो नॉट गिवन लिखना है, राइट। यूजली ये बहुत कॉमन मिसटेक होंदी है कि एग्जाम दे विच एक पैसेज अगर ट्रू फॉल्स नॉट गिवन आए ने दूसरे च यस नो नॉट गिवन आए ने तो स्टूडेंट्स फर्स्ट जो ट्रू फॉल्स नॉट गिवन ही लिख देंगे पर वो ये चेंज करना भुल जाते हैं कि लास्ट वाले यस नो ने ट्रू फॉल्स नहीं हैगे। सो अगर तुसी यस नो की जगह ट्रू फॉल्स लिख आते हो तो तुहाडे आंसर गलत हो जाएंगे, राइट। सो ये मेन प्रॉब्लम इसलिए बच्चों के अनएक्सपैक्टेड जो रिजल्ट्स आते हैं। सो फॉर राइटिंग पर्पस ओनली थिंग यू हैव टू डू इज जो भी तुसी राइट डाउन कर लिया लास्ट 5 मिनट जरूर बचाओ, प्रूफ रीड करो, ग्रामैटिकल एरर्स कड्डो प्रूफ रीडिंग च, स्पैलिंग्स चेक करो एज वेल एज अपने वर्ड्स नू जरूर काउंट करो क्योंकि अगर तुहाडा टास्क अंडर लेंथ रह गया तो तुहानू पेनल्टी लगेगी। मीनस अंडर लेंथ ते तुहाडे बैंड स्कोर डिडक्ट फॉर श्योर होणगे। सो कभी भी टास्क नू अंडर लेंथ या ओवर लेंथ भी लिख के नहीं आना। जिन्ना ज़्यादा टास्क ओवर लेंथ होगा उन्नियां ज़्यादा गलतियां के चांसेस भी वध होणगे, राइट। सो इन्हां गल्लां दा ध्यान रखते हुए तुसीं 4 सितंबर का एग्जामिनेशन सॉल्व करना है। आई होप तुहाडे सब दे स्कोर बहुत अच्छे आएंगे। सो ऑल द बेस्ट, कीप इट अप।